Now students, today we will do short answer type questions of lesson 4. First question है, write a short note on the trade relations of Hadappans with their neighboring civilizations। ਕਹਿੰਦੇ ਕਿ ਹੜੱਪਨ ਜੋ ਸੱਭਿਅਤਾ ਸੀ ਉਸਦੇ ਉਹਨਾਂ ਦੀ ਗਵਾਂਢੀ ਸੱਭਿਅਤਾ ਦੇ ਨਾਲ ਵਪਾਰਕ ਸੰਬੰਧ ਕਿਹੋ ਜਿਹੇ ਸਨ, ਉਸ ਉੱਤੇ ਅਸੀਂ ਨੋਟ ਲਿਖਣਾ ਹੈ, ਉਸ ਉੱਤੇ ਬਾਰੇ ਦੱਸਣਾ ਹੈ ਕੁਝ। Now answer number 1, ਹੜੱਪਨਸ हैड गुड रिलेशनस विद देयर नेबर्स। ਕਹਿੰਦੇ ਕਿ ਹੜੱਪਾ ਦੇ ਆਪਣੇ ਗਵਾਂਢੀ ਸੱਭਿਅਤਾ ਦੇ ਨਾਲ ਬਹੁਤ ਚੰਗੇ ਹੀ ਸੰਬੰਧ ਰੱਖੇ ਹੋਏ ਸਨ ਉਹਨਾਂ ਨੇ। ਦੇ ਹੈਡ ਅ ਫਲੋਰਿਸ਼ਿੰਗ ਇੰਟਰਨਲ ਐਂਡ ਐਕਸਟਰਨਲ ਟ੍ਰੇਡ। ਉਹਨਾਂ ਦਾ ਅੰਦਰੂਨੀ ਤੇ ਬਾਹਰਲੀ ਜੋ ਵਪਾਰ ਸੀ ਉਹਦੇ ਵਿੱਚ ਇੱਕ ਪ੍ਰਫੁੱਲਤ ਵਾਧਾ ਸੀ। ਸਿਲਵਰ, ਟਿਨ, ਗੋਲਡ, ਕਾਪਰ ਐਂਡ ਪ੍ਰੈਸ਼ੀਅਸ ਮੈਟਲਸ ਵਰ ਬ੍ਰੌਟ ਫਰਮ ਆਊਟਸਾਈਡ। ਕਹਿੰਦੇ ਕਿ ਜੋ ਸਿਲਵਰ ਹੋ ਗਿਆ, ਜਿਸ ਤਰ੍ਹਾਂ ਚਾਂਦੀ, ਟੀਨ, ਸੋਨਾ, ਤਾਂਬਾ ਅਤੇ ਕੀਮਤੀ ਧਾਤ ਬਾਹਰੋਂ ਸ਼ਾਇਦ ਬਾਹਰੋਂ ਲਿਆਂਦੇ ਜਾਂਦੇ ਸਨ, ਹੈ ਨਾ, ਫਰੋਮ ਆਊਟਸਾਈਡ। ਜਿਸ ਤਰ੍ਹਾਂ ਅਸੀਂ ਲੈਸਨ ਦੇ ਵਿੱਚ ਪੜ੍ਹਿਆ ਸੀਗਾ ਫਰੋਮ ਪਰਸ਼ੀਅਨ, ਹੈ ਨਾ, ਉਹ ਹੋ ਸਕਦਾ ਉੱਥੋਂ ਲਿਆਂਦੇ ਜਾਂਦੇ ਸਨ। ਆ ਜੌਕਯਾਰਡ ਐਕਸਕੇਵੇਟਡ ਐਟ ਲੋਥਾਲ ਇਜ਼ ਅ ਪ੍ਰੂਫ ਆਫ ਫਲੋਰਿਸ਼ਿੰਗ ਟ੍ਰੇਡ। ਸੋ ਕਹਿੰਦੇ ਕਿ ਆ ਜੌਕਯਾਰਡ, ਜਿਸ ਤਰ੍ਹਾਂ ਕਿ ਅਸੀਂ ਪੜ੍ਹਿਆ ਸੀ, ਇੱਕ ਗੋਦਖਾਨਾ, ਹੈ ਨਾ, ਲੋਥਾਲ ਸ਼ਹਿਰ ਦੇ ਵਿਖੇ, ਹੈ ਨਾ, ਖੁਦਾਈ ਕਰਨ ਸਮੇਂ ਮਿਲਿਆ ਸੀ। ਸੋ ਜੋ ਹੈ ਉਹ ਪ੍ਰੂਫ ਹੈ, ਉਹ ਸਾਬਤ ਕਰਦਾ ਹੈ ਫਲੋਰਿਸ਼ਿੰਗ ਟ੍ਰੇਡ ਬਾਰੇ ਵੀ। ਜੋ ਵਪਾਰ ਸੀ ਉਹ ਬਹੁਤ ਹੀ ਵਧੀਆ ਸੀ। ਉਸ ਸਮੇਂ ਦਾ ਜੋ ਵਪਾਰ ਸੀ ਉਹਦੇ ਵਿੱਚ ਪ੍ਰਫੁੱਲਤ ਵਾਧਾ ਸੀ, ਉਹ ਸੰਕੇਤ ਦਿੰਦਾ ਹੈ ਜੋ ਡੌਕਯਾਰਡ ਹੈ। ਸੋ ਦਿਸ ਇਜ਼ ਕੁਐਸਚਨ ਨੰਬਰ 1। ਨਾਓ ਕੁਐਸਚਨ ਨੰਬਰ 2, ਲਿਸਟ 4 ਥਿੰਗਸ ਟੂ ਸ਼ੋ ਦੈਟ ਦ ਸਿਟੀਜ਼ ਆਫ ਦਿਸ ਕਲਚਰ ਵਰ ਵੈਰੀ ਵੈਲ ਪਲੈਨਡ। ਕਹਿੰਦੇ ਕਿ 4 ਚੀਜ਼ਾਂ ਦੀ ਅਸੀਂ ਸੂਚੀ ਬਣਾਉਣੀ ਹੈ ਕਿਸ ਨੂੰ ਦਰਸਾਉਣ ਲਈ ਕਿ ਇਸ ਸੱਭਿਆਚਾਰ ਦੇ ਸ਼ਹਿਰ ਬਹੁਤ ਯੋਜਨਾਬੱਧ ਸਨ। ਸੋ ਇਸ ਚੀਜ਼ ਨੂੰ ਦਰਸਾਉਣ ਲਈ ਅਸੀਂ 4 ਚੀਜ਼ਾਂ ਦੱਸਣੀਆਂ ਨੇ ਵੀ ਕਿੱਥੋਂ ਪਤਾ ਲੱਗਦਾ ਹੈ ਕਿ ਬਹੁਤ ਯੋਜਨਾਬੱਧ ਸੀ ਜੋ ਇਹਨਾਂ ਦਾ ਇਸ ਸ਼ਹਿਰ ਦਾ ਜੋ ਕਲਚਰ ਸੀ, ਸੱਭਿਅਤਾ ਸੀ। ਸੋ ਆਨਸਰ ਨੰਬਰ 2। ਸੋ ਫਸਟ ਹੈ ਦ ਗ੍ਰੇਟ ਬਾਥ, ਜਿਸ ਬਾਰੇ ਅਸੀਂ ਪੜ੍ਹਿਆ ਸੀ ਨਾ, ਮਹਾਨ ਇਸ਼ਨਾਨ ਬਾਰੇ ਪੜ੍ਹਿਆ ਸੀ ਨਾ, ਇੱਕ ਟੈਂਕ ਸੀ ਬਹੁਤ ਵੱਡਾ। ਸੋ ਦ ਗ੍ਰੇਟ ਬਾਥ। ਸੈਕਿੰਡ ਦ ਗ੍ਰੇਨਰੀ, ਯਾਨੀ ਕਿ ਅਨਾਜ ਦੇ ਭੰਡਾਰ। थर्ड वन द सिटाडेल, यानी कि गढ़ी। नंबर 4 द असैम्बली और टाउन हॉल। सो एक वड्डा हाल सी जिथे ये अपने उच्च इन्हां दियां मीटिंग वगैरह रखण लई एक हाल बनाया होया सी। सो इत्थों सानू पता लगदा है। सो क्वेश्चन नंबर 3, वट वॉज द सिग्निफिकेंस ऑफ द लोअर टाउन। कहते कि हेठला जो शहर सी उसकी की महत्ता सी एंड हू लिव्ड देयर, ते उत्थे कौन रहिंदे सन। सो आंसर नंबर 3, मोस्ट ऑफ द बिल्डिंग्स इन द लोअर टाउन वर रेसीडेंशियल बिल्डिंग्स। कहते कि हेठले शहर ਦੀਆਂ ਬਹੁਤੀਆਂ ਇਮਾਰਤਾਂ ਰਿਹਾਇਸ਼ੀ ਕੁਆਟਰ ਸਨ, ਰਹਿਣ ਵਾਲੀਆਂ ਥਾਵਾਂ ਸੀ ਨਾ। ਹਾਊਸਸ ਵਰ 1 or 2 ਸਟੋਰੀਜ਼ ਹਾਈ, ਘਰ 1 ਜਾਂ 2 ਮੰਜ਼ਲਾਂ ਉੱਚੇ ਸਨ। ਮੇਡ ਆਫ ਬੇਕਡ ਬ੍ਰਿਕਸ, ਹੈ ਨਾ, ਬ੍ਰਿਕਸ ਕੀ ਹੁੰਦਾ, ਇੱਟਾਂ, ਬੇਕਡ ਪੱਕੀਆਂ ਹੋਈਆਂ, ਹੈ ਨਾ। ਸੋ ਕਹਿੰਦੇ ਕਿ ਪੱਕੀਆਂ ਹੋਈਆਂ ਇੱਟਾਂ ਦੇ ਨਾਲ ਬਣੇ ਹੋਏ ਸਨ। ਆਲ ਹਾਊਸਸ ਹੈਡ ਅ ਸੈਂਟਰਲ ਕੋਰਟਯਾਰਡ। ਸੋ ਕਹਿੰਦੇ ਕਿ ਹਰ ਘਰ ਦੇ ਵਿੱਚ, ਹੈ ਨਾ, ਬਹੁਤੇ ਘਰਾਂ ਦਾ ਜਿਹੜਾ ਕੇਂਦਰੀ ਸੀ ਉਹ ਕੀ ਸੀ, ਕੋਰਟਯਾਰਡ, ਯਾਨੀ ਕਿ ਵਿਹੜਾ ਸੀ। ਆ ਹਰਥ, ਅੰਗੀਠੀ ਐਂਡ ਬਾਥਿੰਗ ਏਰੀਆ, ਅਤੇ ਬਾਥਿੰਗ ਏਰੀਆ ਯਾਨੀ ਕਿ ਨਹਾਉਣ ਵਾਸਤੇ ਜੋ ਸਥਾਨ ਹੁੰਦਾ ਹੈ। ਕਾਮਨ ਪੀਪਲ ਲਿਵਡ ਇਨ ਦਿਸ ਪਾਰਟ। ਸੋ ਆਪਣਾ ਕੁਐਸਚਨ ਸੀ ਨਾਲ ਹੀ ਵੀ ਉੱਥੇ ਕੌਣ ਰਹਿੰਦਾ ਸੀ, ਤਾਂ ਕਾਮਨ ਪੀਪਲ, ਆਮ ਲੋਕ ਉੱਥੇ ਰਹਿੰਦੇ ਸਨ। Now next question number 4, why is the Indus Valley civilization also known as a Harappan civilization। ਕਹਿੰਦੇ ਕਿ ਇੰਦਸ ਵੈਲੀ ਜਿਹੜੀ ਸਿੰਧ ਘਾਟੀ ਸੱਭਿਅਤਾ ਹੈ, ਸਿੰਧ ਘਾਟੀ ਦੀ ਸੱਭਿਅਤਾ, ਸਿੰਧ ਨਦੀ ਦੀ ਘਾਟੀ ਦੀ ਸੱਭਿਅਤਾ, ਉਸ ਨੂੰ ਹੜੱਪਨ ਸਿਵਲਾਈਜੇਸ਼ਨ ਕਿਉਂ ਕਿਹਾ ਜਾਂਦਾ ਹੈ ਨਾ। ਹੜੱਪਨ ਸਿਵਲਾਈਜੇਸ਼ਨ ਵੀ ਕਿਉਂ ਕਿਹਾ ਜਾਂਦਾ ਹੈ, ਹੜੱਪਾ ਦੀ ਸੱਭਿਅਤਾ ਦੇ ਨਾਲ ਵੀ ਜਾਣਿਆ ਜਾਂਦਾ ਹੈ, ਕਿਉਂ। ਸੋ ਆਨਸਰ ਨੰਬਰ 4, ਇਟ ਇਜ਼ ਆਲਸੋ ਨੋਨ ਐਜ਼ ਅ ਹੜੱਪਨ ਸਿਵਲਾਈਜੇਸ਼ਨ। ਸੋ ਕਹਿੰਦੇ ਕਿ ਇਸ ਨੂੰ, ਹੈ ਨਾ, ਇਸ ਸੱਭਿਆਚਾਰ ਨੂੰ ਹੜੱਪਨ ਸਿਵਲਾਈਜੇਸ਼ਨ ਕਿਹਾ ਜਾਂਦਾ ਹੈ ਬਿਕੋਜ਼ ਇਸ ਨੂੰ ਜੋ ਆਪਣੇ ਇੰਦਸ ਵੈਲੀ ਹੈ, ਕਿਉਂਕਿ ਹੜੱਪਾ ਵਾਜ਼ ਦ ਫਸਟ ਸਾਈਟ ਟੂ ਬੀ ਐਕਸਕੇਵੇਟਡ। ਕਹਿੰਦੇ ਕਿ ਹੜੱਪਾ ਹੀ ਪਹਿਲੀ ਸੱਭਿਅਤਾ ਸੀ ਜਿਸ ਨੂੰ, ਜੋ ਹੜੱਪਾ ਸੀ ਉਹ ਪਹਿਲੀ ਕੀ ਸੀ, ਸਾਈਟ, ਸਥਾਨ ਸੀ ਜਿਸ ਨੂੰ ਖੁਦਾਈ ਜਿਸ ਦੀ ਕੀਤੀ ਗਈ ਸੀ, ਹੈ ਨਾ, ਖੋਜ ਕੀਤੀ ਗਈ ਸੀ। 1921 ਦੇ ਵਿੱਚ ਅਸੀਂ ਪੜ੍ਹਿਆ ਸੀ ਇਸ ਲੈਸਨ 'ਚ ਕਿ ਉਦੋਂ ਖੋਜ ਕੀਤੀ ਗਈ ਸੀ ਹੜੱਪਨ ਸਾਈਟ ਦੀ, ਇਸ ਸ਼ਹਿਰ ਦੀ। ਸੋ ਇਟ ਵਾਜ਼ ਲੋਕੇਟਡ ਇਨ ਦ ਵੈਲੀ ਆਫ ਦ ਰਿਵਰ ਇੰਦਸ। ਅਤੇ ਇਹ ਜੋ ਹੜੱਪਾ ਸੀ ਇਹ ਇੰਦਸ ਵੈਲੀ ਰਿਵਰ ਦੇ, ਹੈ ਨਾ, ਸਿੰਧ ਘਾਟੀ ਨਦੀ ਦੇ ਸਥਿਤ ਸੀ, ਜਿਸ ਕਰਕੇ ਇਸ ਨੂੰ ਹੜੱਪਨ ਸਿਵਲਾਈਜੇਸ਼ਨ ਨੂੰ
तो इंदस वैली सिविलाइजेशन भी कहा जाता है, या इंदस वैली नूं हड़प्पन सिविलाइजेशन कहा जाता है। Now we have long answer type questions. First question है, discuss the extent of the Indus Valley civilization. So कहते कि सिंध घाटी की सभ्यता की हद बारे विचार करो. So answer number 1, the Indus Valley civilization जो सिंध घाटी की जो सभ्यता सी was spread over large part of present day Pakistan. कहते ਉਹ ਸਿੰਧ घाटी की जो सभ्यता है वो सिंध दरा के आस पास एक थां ते खेतर तक सीमित सी, है ना। लार्ज पार्ट ऑफ प्रेजेंट डे पाकिस्तान, किहड़ी थां ते, खुले थां ते पाकिस्तान दे प्रेजेंट डे जिन्होंने अज प्रेजेंट डे पाकिस्तान कहा जाता है उत्थे तक सीमित सी। एंड द इंडियन स्टेट्स ऑफ हरियाणा ते भारती राज दे हरियाणा, यूपी, पंजाब, गुजरात ते राजस्थान तक यह फैली हुई सी। अ नंबर ऑफ साइट्स हैव बीन डिस्कवर्ड इन दीज प्लेसिस। सो कहते कि इन्हां थावां ते होर भी कई थावां नूं ਲੱਭਿਆ ਗਿਆ ਸੀ। ਉਹ ਕਿਹੜੇ ਸੀ? फॉर एग्जाम्पल हड़प्पा, मोहिंजोदारो, गोलाढारो, रंगपुर एटसैक्ट्रा। सो इन्हां थावां नूं होर उत्थे इस मिले सन स्थान। सो क्वेश्चन नंबर 2, डिस्क्राइब द सिटाडल एरिया ऑफ द सिटीज़ ऑफ द इंदस वैली सिविलाइजेशन। कहते कि सिंध घाटी सभ्यता के जिहड़े शहरां दे विच जो गढ़ खेतर सी उसके बारे असीं विस्तार विच दसना है। सो आंसर नंबर 2, इन सम सिटीज़ कुछ शहरां विच स्पेशल बिल्डिंग्स वर कंस्ट्रक्टेड। कहते स्पेशल बिल्डिंग्स विशेष इमारतां बनाईयां गईयां सन। सो इन द सिटाडल एरियाज गढ़ खेतर दे विच अ वैरी स्पेशल टैंक, कहते एक बहुत ही स्पेशल टैंक जो आप कह सकते हैं कि बहुत ही खास टैंक उत्थे लभ्या सीगा, है ना। द ग्रेट बाथ हैज़ बीन डिस्कवर्ड। महान इशनान जिसनों कहा जाता है ना वो उत्थे मिलिया। इट वॉज लाइंड विद ब्रिक्स एंड मोर्टार एंड वॉज मेड वाटर टाइट। ये इट्टां ते गारे यानी कि मसाले दीयां परतां दे नाल बनिया होया सी ते होर की करदा सी एंड वॉज मेड वाटर टाइट। तो इस नाल वो पानी नूं भी मजबूत रखदा सी, यानी कि पानी अंदर जमा रहिंदा सी, बाहर नहीं निकल सकदा सी। तो इस तरीके दे नाल चारे पासे मतलब इस तरीके नाल इट्टां रखियां होईयां सन। सो मजबूती बनाई हुई सी। इलैबोरेट ग्रेनरीज वर अल्सो फाउंड। सो कहते कि इलैबोरेट यानी कि मेहनत नाल बनाया होया जो अनाज के भंडार सी वो भी उत्थे मिले। दे वर मोस्टली इन रोज ऑफ 6 विद सेंट्रल पैसेज टू अलाउ वेंटिलेशन। कहते कि ਉਹ ਅਨਾਜ ਭੰਡਾਰਾਂ ਨੂੰ 6 ਕਤਾਰਾਂ ਵਿੱਚ ਵੰਡਿਆ ਗਿਆ ਸੀ ਜਿਸ ਵਿੱਚ ਇੱਕ ਕੇਂਦਰੀ ਰਸਤਾ ਸੀਗਾ, ਹੈ ਨਾ, ਜਿਸ ਨੂੰ ਕਿ ਰੋਸ਼ਨਦਾਨ ਕਹਿੰਦੇ ਆ, ਜਿਵੇਂ ਵੈਂਟੀਲੇਸ਼ਨ ਯਾਨੀ ਕਿ ਰੋਸ਼ਨਦਾਨ ਹਵਾ ਦੇ ਆਉਣ ਜਾਣ ਲਈ ਰੱਖਿਆ ਹੋਇਆ ਸੀ। ਇਟ ਹੈਡ ਅ ਸਰਕੂਲਰ ਵਰਕਿੰਗ ਪਲੇਟਫਾਰਮ ਫॉर ਥ੍ਰੈਸ਼ਿੰਗ ਗ੍ਰੇਨਸ। ਸੋ ਕਹਿੰਦੇ ਕਿ ਉੱਥੇ ਇੱਕ ਗੋਲ ਚੌਂਤਰਾ ਵੀ ਬਣਾਇਆ ਗਿਆ ਸੀ ਜੋ ਦਾਣਿਆਂ ਦੀ ਚਟਾਈ ਲਈ ਵਰਤਿਆ ਜਾਂਦਾ ਸੀ। ਸੋ ਅਨਦਰ ਇੰਪੋਰਟੈਂਟ ਸਟਰਕਚਰ ਵਾਜ਼ ਦ ਅਸੈਂਬਲੀ ਔਰ ਟਾਊਨ ਹੋਮ। ਸੋ ਇੱਕ ਹੋਰ ਮਹੱਤਵਪੂਰਨ ਢਾਂਚਾ ਹੈ ਨਾ वो की सी सभा, एक सम्मेलन करने लिए एक वड्डा हाल, है ना, सभा हॉल सीगा। इट वॉज अ लार्ज हॉल विद 20 पिलर्स। सो एक बहुत ही वड्डा हाल सी जिस दे विच 20 थंब सन, 20 थंबां दे नाल बनिया होया ये वड्डा हाल सी। नाउ क्वेश्चन नंबर 3, हाउ वॉज द विलेज लाइफ डिफरेंट फ्रॉम द सिटी लाइफ ड्यूरिंग द हड़प्पन सिविलाइजेशन। कहते कि हड़प्पन सभ्यता दे वेले ਜਿਹੜੀ ਪਿੰਡ ਦੀ ਜ਼ਿੰਦਗੀ ਉਹ ਸ਼ਹਿਰ ਦੀ ਜ਼ਿੰਦਗੀ ਦੇ ਨਾਲੋਂ ਕਿਵੇਂ ਵੱਖਰੀ ਸੀ, ਕੀ ਕੀਤੇ ਸਨ, ਹੈ ਨਾ। ਪਿੰਡ ਦੇ ਲੋਕ ਕੁਛ ਹੋਰ ਕੰਮ ਕਰਦੇ ਸਨ ਜਿਸ ਤਰ੍ਹਾਂ ਸ਼ਹਿਰ ਦੇ ਹੋਰ ਕੰਮ ਕਰਦੇ ਸਨ, ਇਸ ਤਰ੍ਹਾਂ ਕਿਵੇਂ ਵੱਖ ਸੀ। ਸੋ ਆਨਸਰ ਨੰਬਰ 3, ਲਾਈਫ ਇਨ ਅ ਹੜੱਪਨ ਸਿਟੀ ਵਾਜ਼ ਬਿਜ਼ੀ। ਕਹਿੰਦੇ ਕਿ ਹੜੱਪਨ ਸ਼ਹਿਰ ਦੇ ਵਿੱਚ ਜਿਹੜੀ ਜ਼ਿੰਦਗੀ ਸੀ ਉਹ ਬਹੁਤ ਵਿਅਸਤ ਸੀ। ਪੀਪਲ ਪਰਸੂਡ ਵੇਰੀਅਸ ਆਕਿਊਪੇਸ਼ਨਸ। ਲੋਕ ਵੱਖ-ਵੱਖ ਕਿੱਤਿਆਂ ਨੂੰ ਮੰਨਦੇ ਸਨ। ਦੇ ਈਵਨ ਟਰੈਵਲ ਟੂ ਡਿਸਟੈਂਟ ਲੈਂਡ ਟੂ ਟਰੇਡ। ਉਹ ਲੋਕ ਜੋ ਸੀ ਕੰਮ ਦੇ ਵਾਸਤੇ, ਕੰਮਾਂ ਕਾਰਾਂ ਲਈ, ਵਪਾਰ ਲਈ ਦੂਰ ਦੁਰਾਡੇ ਦੇਸ਼ਾਂ ਦੇ ਯਾਤਰਾ ਵੀ ਕਰਦੇ ਸਨ, ਹੈ ਨਾ। ਦ ਵਿਲੇਜਰ ਸਪਲਾਈਡ ਫੂਡ ਟੂ ਦ ਸਿਟੀ ਪੀਪਲ। ਹੁਣ ਜਿਹੜੇ ਪਿੰਡਾਂ ਦੇ ਲੋਕ ਸੀ ਉਹ ਕੀ ਕਰਦੇ ਸੀ, ਦੇ ਸਪਲਾਈਡ ਫੂਡ ਟੂ ਦ ਸਿਟੀ ਪੀਪਲ। ਸ਼ਹਿਰ ਦੇ ਲੋਕਾਂ ਨੂੰ ਭੋਜਨ ਸਪਲਾਈ ਕਰਦੇ ਸੀ, ਭੋਜਨ ਪ੍ਰਦਾਨ ਕਰਦੇ ਸੀਗੇ, ਪਹੁੰਚਾਉਂਦੇ ਸੀ ਭੋਜਨ ਸ਼ਹਿਰ ਦੇ ਲੋਕਾਂ ਤੱਕ। ਦੇ ਵਰ ਮੋਸਟਲੀ ਫਾਰਮਰਸ ਐਂਡ ਹਰਡਰਸ। ਉਹ ਜ਼ਿਆਦਾਤਰ ਕੀ ਸੀਗੇ, ਫਾਰਮਰ ਯਾਨੀ ਕਿ ਕਿਸਾਨ ਸਨ ਅਤੇ ਪਸ਼ੂ ਪਾਲਣ ਸਨ।
So they reared animals for milk and meat and grew crops like wheat, pulses, pear, barley, rice, etc. They reared animals, ਉਹ ਜਾਨਵਰਾਂ ਦਾ ਪਾਲਣ ਪੋਸ਼ਣ ਵੀ ਕਰਦੇ ਸਨ, ਕਾਹਦੇ ਲਈ? ਦੁੱਧ ਤੇ ਮਾਸ ਲਈ। ਐਂਡ ਗ੍ਰਿਊ ਕ੍ਰੌਪ, ਫਸਲਾਂ ਉਗਾਉਂਦੇ ਸਨ, ਜਿਸ ਤਰ੍ਹਾਂ ਕਿ ਕਣਕ ਹੋ ਗਈ, ਦਾਲਾਂ ਹੋ ਗਈਆਂ, ਜੋ ਰਾਈਸ, ਚਾਵਲ। ਸੋ ਇਸ ਤਰੀਕੇ ਨਾਲ ਉਹ ਆਪਣੀ ਫਸਲਾਂ ਉਗਾ ਕੇ ਗੁਜ਼ਾਰਾ ਕਰਦੇ ਸਨ। So next, last, fourth question, give reasons to explain what could have caused the Indus Valley civilization to decline। ਕਹਿੰਦੇ ਕਿ ਕਾਰਨ ਦੱਸੋ ਕਿ ਕਿਸ ਗੱਲਾਂ ਕਰਕੇ, ਕਿਹੜੇ ਕਾਰਨ ਹੋ ਸਕਦੇ ਨੇ ਜਿਸ ਕਰਕੇ ਜੋ ਸਿੰਧ ਘਾਟੀ ਦੀ ਸੱਭਿਅਤਾ ਹੈ ਉਹ ਇੱਕਦਮ ਢਹਿ ਗਈ। ਕਿਹੜੇ ਕਿਹੜੇ ਕਾਰਨ ਹੋ ਸਕਦੇ ਨੇ, ਉਸਦੇ ਢਹਿਣ ਦੇ ਕੀ ਕਾਰਨ ਹੋ ਸਕਦੇ ਨੇ? ਸੋ ਆਨਸਰ ਨੰਬਰ 4, ਅਕੋਰਡਿੰਗ ਟੂ ਹਿਸਟੋਰੀਅਨਸ, ਜਿਸ ਤਰ੍ਹਾਂ ਕਿ ਇਤਿਹਾਸਕਾਰਾਂ ਦੇ ਅਨੁਸਾਰ, ਦ ਫੋਲੋਇੰਗ ਫੈਕਟਰਸ ਵੁੱਡ ਹੈਵ ਕੋਜ਼ ਦ ਡਿਕਲਾਈਨ ਆਫ ਦ ਸਿਵਲਾਈਜੇਸ਼ਨ। ਕਹਿੰਦੇ ਕਿ ਹੇਠ ਲਿਖੇ ਕੁਝ ਕਾਰਨ ਹੋ ਸਕਦੇ ਨੇ ਜਿਸ ਕਰਕੇ ਜੋ ਇਸ ਸੱਭਿਅਤਾ ਨੂੰ ਦੇ ਵਿੱਚ ਗਿਰਾਵਟ ਆਈ। ਸੋ ਫਸਟ ਹੈ ਨੈਚੁਰਲ ਡਿਜ਼ਾਸਟਰਸ ਸਚ ਐਸ ਫਲੱਡਸ, ਐਪੀਡੈਮਿਕਸ, ਅਰਥਕੁਏਕਸ ਔਰ ਅ ਚੇਂਜ ਇਨ ਦ ਕੋਰਸ ਆਫ ਦ ਰਿਵਰ ਇੰਡਸ ਮਾਈਟ ਹੈਵ ਲੈਡ ਟੂ ਇਟਸ ਕੋਲੈਪਸ। ਸੋ ਕਹਿੰਦੇ ਕਿ ਕੁਦਰਤੀ ਆਫਤਾਂ ਜਿਸ ਤਰ੍ਹਾਂ ਕਿ ਫਲੱਡਸ, ਹੜ੍ਹ ਹੋ ਗਏ, ਐਪੀਡੈਮਿਕਸ, ਮਹਾਮਾਰੀ, ਅਰਥਕੁਏਕ, ਭੂਚਾਲ ਔਰ ਅ ਚੇਂਜ ਇਨ ਦ ਕੋਰਸ ਆਫ ਰਿਵਰ ਇੰਡਸ, ਜਾਂ ਫਿਰ ਸਿੰਧ ਦਰਿਆ ਦੇ ਰਸਤੇ ਵਿੱਚ ਤਬਦੀਲੀ, ਮਾਈਟ ਹੈਵ ਲੈਡ ਟੂ ਇਟਸ ਕੋਲੈਪ। ਸੋ ਇਸ ਤਬਦੀਲੀ ਕਾਰਨ ਕਿ ਜਿਸ ਨਾਲ ਸੱਭਿਅਤਾ ਦਾ ਅੰਤ ਹੋ ਸਕਦਾ ਸੀ, ਹੋ ਸਕਦਾ ਕਿ ਇਸ ਤਰ੍ਹਾਂ ਹੋਇਆ ਹੋਵੇ। ਸੋ ਨੈਕਸਟ ਬੀ ਪਾਰਟ ਹੈ, ਮੋਰ ਐਡਵਾਂਸ ਕਲਚਰਸ ਬ੍ਰੌਟ ਐਨ ਐਂਡ ਟੂ ਦ ਇੰਡਸ ਵੈਲੀ ਸਿਵਲਾਈਜੇਸ਼ਨ। ਸੋ ਇਹ ਵੀ ਹੋ ਸਕਦਾ ਹੈ, ਕੁਛ ਮਤਲਬ ਵਿਦਵਾਨ ਇਹ ਮਹਿਸੂਸ ਕਰਦੇ ਸੀ ਕਿ ਮੋਰ ਐਡਵਾਂਸਡ ਕਲਚਰ, ਵਧੇਰੇ ਉੱਨਤ ਸੱਭਿਆਚਾਰ ਹੋਣ ਕਰਕੇ, ਬ੍ਰੌਟ ਐਨ ਐਂਡ ਟੂ ਦ ਇੰਡਸ ਵੈਲੀ ਸਿਵਲਾਈਜੇਸ਼ਨ। ਸੋ ਵਧੇਰੇ ਉੱਨਤ ਸੱਭਿਆਚਾਰ ਹੋਣ ਦੇ ਕਰਕੇ ਸਿੰਧ ਦੇ ਵਿੱਚ ਜੋ ਲੋਕ ਵਸ ਰਹੇ ਸੀ ਉਸਦਾ ਅੰਤ ਹੋਇਆ ਹੈ। ਸੋ ਲਾਸਟ, ਚੇਂਜ ਇਨ ਕਲਾਈਮੇਟ ਲੈਡ ਟੂ ਰਿਡਕਸ਼ਨ ਇਨ ਐਗਰੀਕਲਚਰ ਸਰਪਲਸ ਐਂਡ ਦੇ ਮਾਈਗ੍ਰੇਟਡ ਟੂ ਡਿਫਰੈਂਟ ਰੀਜਨਸ ਇਨ ਸਰਚ ਆਫ ਬੈਟਰ ਲਾਈਫ। ਕਹਿੰਦੇ ਕਿ ਜੋ ਵਾਤਾਵਰਨ ਦੇ ਵਿੱਚ ਹੋ ਸਕਦਾ ਕਿ ਜੋ ਵਾਤਾਵਰਨ ਦੇ ਵਿੱਚ ਮੌਸਮ ਦੀ ਸਥਿਤੀ ਵਿੱਚ ਜੋ ਤਬਦੀਲੀ ਆਈ ਹੈ ਨਾ, ਉਸ ਦੇ ਕਾਰਨ ਹੋ ਸਕਦਾ ਕਿ ਲੈਡ ਟੂ ਰਿਡਕਸ਼ਨ ਇਨ ਐਗਰੀਕਲਚਰ ਸਰਪਲਸ, ਜੋ ਵੀ ਉਹਨਾਂ ਨੂੰ ਖੇਤੀਬਾੜੀ ਦੇ ਵਿੱਚ ਜੋ ਬਚਤ ਹੁੰਦੀ ਸੀ ਉਸ ਦੇ ਵਿੱਚ ਘਾਟਾ ਪਿਆ ਗਿਆ ਹੋਵੇ, ਹੈ ਨਾ। ਐਂਡ ਦੇ ਮਾਈਗ੍ਰੇਟਡ ਟੂ ਡਿਫਰੈਂਟ ਇਨ ਸਰਚ ਆਫ ਬੈਟਰ ਲਾਈਫ, ਅਤੇ ਉਹ ਚੰਗੇ ਜੀਵਨ ਜੀਣ ਵਾਸਤੇ ਜੋ ਲੋਕ ਨੇ, ਹੈ ਨਾ, ਉਸ ਦੀ ਭਾਲ ਦੇ ਵਿੱਚ ਉਹ ਹੋਰ ਪਾਸੇ ਵੱਲ ਚਲੇ ਗਏ ਹੋਣ।